ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਟੀਵੀ 13 ਜੀ ਚੈਨਲ। ਅੱਜ ਦਾ ਮੁੱਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਗੁਰਦੁਆਰਿਆਂ ਦੀ ਆਜ਼ਾਦੀ ਤੋਂ ਲੈ ਕੇ ਪਰਿਵਾਰਵਾਦ ਦੀ ਉਲਝਣ ਤੱਕ ਦੇ 100 ਸਾਲਾਂ ਦਾ ਸਫ਼ਰ। ਸ਼੍ਰੋਮਣੀ ਅਕਾਲੀ ਦਲ ਜੋ ਕਿ ਆਪਣੇ 100 ਸਾਲਾਂ ਦੀ ਵਰ੍ਹੇਗੰਢ ਬਾਰੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਸ਼ ਕਰਨ ਦੇ ਲਈ ਕਾਫੀ ਪਬਲਿਸਿਟੀ ਚੈਨਲਾਂ ਤੇ ਕਰ ਰਿਹਾ ਹੈ ਕਿ ਉਹਨਾਂ ਦੀ ਪਾਰਟੀ ਨੇ 100 ਸਾਲਾਂ ਦੇ ਵਿੱਚ ਕੀ ਕੀਤਾ, ਜਿਸ ਦੀ ਉਹ ਪੂਰੀ ਫਿਲਮ ਬਣਾ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ। ਜਦ ਕਿ ਪਾਰਟੀ ਦੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਖੁਦ ਦੇ ਬਣਾਏ ਰੱਖਣ ਦੇ ਲਈ ਕਾਫੀ ਹੱਦੋਂ ਤੱਕ ਜਦੋਜਹਿਦ ਕਰ ਰਹੀ ਹੈ, ਕਿਉਂਕਿ ਬੀਤੇ 1 ਸਾਲ ਦੇ ਵਿੱਚ ਚੱਲੇ ਕਿਸਾਨ ਅੰਦੋਲਨ ਦੇ ਦੌਰਾਨ ਪਾਰਟੀ ਦਾ ਕਿਸਾਨਾਂ ਤੇ ਆਮ ਜਨਤਾ ਦੇ ਸਮਰਥਕਾਂ ਦੇ ਵਿੱਚ ਵਿਸ਼ਵਾਸ ਖਤਮ ਹੋ ਗਿਆ ਹੈ। ਪੰਜਾਬ ਰਾਜ ਦੇ ਵਿੱਚ 14 ਫਰਵਰੀ ਨੂੰ ਚੋਣਾਂ ਪੈਣੀਆਂ ਨੇ, ਪਰ ਰਾਜ ਦੇ ਵਿੱਚ ਆਮ ਆਦਮੀ ਪਾਰਟੀ, ਆਪ ਅਤੇ ਕਾਂਗਰਸ ਪਾਰਟੀ ਤਕਰੀਬਨ ਖਬਰਾਂ ਦੇ ਵਿੱਚ ਰਹਿ ਰਹੇ ਹਨ। ਅਕਸਰ ਆਪ ਦੇ ਨੇਤਾ ਕਾਂਗਰਸ ਪਾਰਟੀ ਉੱਤੇ ਹਮਲਾ ਬੋਲਦੇ ਹਨ ਅਤੇ ਕਾਂਗਰਸ ਪਾਰਟੀ ਆਪਣਾ ਬਚਾਅ ਕਰਦੀ ਨਜ਼ਰ ਆਉਂਦੀ ਹੈ ਅਤੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਆਪਣੀ ਪਾਰਟੀ ਦੇ ਉੱਤੇ ਵਰਦੇ ਹੋਏ ਵੀ ਨਜ਼ਰ ਆਉਂਦੇ ਹਨ। ਪਰ ਇਸ ਵਾਰੀ ਲੜਾਈ ਦੇ ਵਿੱਚ 100 ਸਾਲਾਂ ਤੋਂ ਪੰਜਾਬ ਰਾਜ ਦੀ ਰਾਜਨੀਤੀ ਦੀ ਧੁਰੀ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਖੋਈ ਸੀ ਲੱਗ ਰਹੀ ਹੈ, ਕਿਉਂਕਿ ਅਕਾਲੀ ਦਲ ਐਨਡੀਏ ਦਾ ਹਿੱਸਾ ਰਿਹਾ ਹੈ, ਪਰ ਪਾਰਟੀ ਦੇ ਸਾਂਸਦ ਕੇਂਦਰੀ ਮੰਤਰੀ ਮੰਡਲ ਤੇ ਅਹਿਮ ਮੰਤਰੀਆਂ ਦੇ ਵਿੱਚ ਵੀ ਰਹੇ ਹਨ। ਪਰ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਪਾਸ ਕੀਤੇ ਗਏ ਤਾਂ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਉਤਰ ਆਏ। ਇਸ ਸਿਆਸੀ ਹਲਚਲ ਕਰਕੇ ਅਕਾਲੀ ਦਲ ਨੂੰ ਐਨਡੀਏ ਦਾ ਸਾਥ ਵੀ ਛੱਡਣਾ ਪਿਆ। ਭਾਵੇਂ ਅਕਾਲੀ ਦਲ ਕੇਂਦਰ ਤੋਂ ਅਲੱਗ ਹੋ ਗਿਆ, ਪਰ ਕਿਸਾਨਾਂ ਨੇ ਉਸ ਨੂੰ ਸਰਕਾਰ ਦਾ ਹਿੱਸਾ ਮੰਨ ਕੇ ਕਟਹਿਰੇ ਵਿੱਚ ਖੜਾ ਕਰ ਦਿੱਤਾ, ਕਿਉਂਕਿ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਬਾਦਲ ਪਰਿਵਾਰ 3 ਮਹੀਨੇ ਤੱਕ ਇਸ ਉੱਤੇ ਕੋਈ ਫੈਸਲਾ ਲੈਣ ਤੋਂ ਅਸਫਲ ਰਿਹਾ ਅਤੇ ਪਰਿਵਾਰ ਦੇ ਕਈ ਮੈਂਬਰ ਇਸ ਨੂੰ ਸਹੀ ਵੀ ਕਹਿੰਦੇ ਰਹੇ। ਲੇਕਿਨ ਜਦੋਂ ਹਜ਼ਾਰਾਂ ਕਿਸਾਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਬਾਦਲ ਨੂੰ ਘੇਰਿਆ ਤਾਂ ਜਾ ਕੇ ਪਾਰਟੀ ਨੂੰ ਸਮਝ ਲੱਗਿਆ ਕਿ ਗੱਲ ਹੱਥੋਂ ਨਿਕਲ ਗਈ ਹੈ। ਪਰ ਦੇਖਿਆ ਜਾਵੇ ਕਿ ਜਿਸ ਦਿਨ ਬਿੱਲ ਪਾਸ ਹੋਣ ਦੇ ਲਈ ਆਏ ਸੀ, ਉਸੇ ਦਿਨ ਹੀ ਅਕਾਲੀ ਦਲ ਨੂੰ ਐਨਡੀਏ ਦਾ ਸਾਥ ਛੱਡ ਕੇ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਸੀ, ਪਰ ਪਾਰਟੀ ਸਮੇਂ ਰਹਿੰਦੇ ਹੋਏ ਇਸ ਸਥਿਤੀ ਨੂੰ ਸਮਝ ਨਹੀਂ ਸਕੀ ਤੇ ਇਸ ਦੀ ਦੇਰੀ ਦਾ ਨੁਕਸਾਨ ਪਾਰਟੀ ਨੂੰ ਚੁੱਕਣਾ ਵੀ ਪਿਆ ਹੈ। ਇਸ ਵਿੱਚ ਕਈ ਸੀਨੀਅਰ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਦਾ ਵੋਟ ਬੈਂਕ ਪਿੰਡਾਂ ਅਤੇ ਕਿਸਾਨਾਂ ਦੀ ਸਿੱਖ ਆਬਾਦੀ ਦੇ ਵਿੱਚ ਕਾਫੀ ਹੱਦ ਤੱਕ ਘਟ ਸਕਦਾ ਹੈ। ਭਾਵੇਂ ਹੁਣ ਕੇਂਦਰ ਸਰਕਾਰ ਦੇ 3 ਕਾਲੇ ਕਾਨੂੰਨ ਵਾਪਸ ਲਏ ਹਨ ਅਤੇ ਕਿਸਾਨਾਂ ਨੇ ਵੀ ਜਿੱਤ ਹਾਸਲ ਕਰ ਲਈ ਹੈ ਕਿ ਕਿਸਾਨਾਂ ਦਾ ਅਕਾਲੀ ਦਲ ਬਾਤ ਤੇ ਗੁੱਸਾ ਘੱਟ ਹੋਵੇਗਾ ਜਾਂ ਨਹੀਂ। ਪਰ ਕੁਝ ਸੀਨੀਅਰ ਜਾਣਕਾਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਪਹਿਲਾਂ ਗਲਤੀ ਕੀਤੀ ਸੀ, ਪਰ ਬਾਅਦ ਵਿੱਚ ਕਿਸਾਨਾਂ ਦੀ ਕਾਫੀ ਮਦਦ ਵੀ ਕੀਤੀ। ਲੰਗਰ ਤੋਂ ਲੈ ਕੇ ਕਿਸਾਨਾਂ ਦੇ ਕੇਸ ਲੜਨ ਤੱਕ ਮਦਦ ਕੀਤੀ। ਪਰ ਕਿਸਾਨ ਅਗਰ ਪਾਰਟੀ ਨਾ ਬਣਾਉਂਦੇ ਤਾਂ ਭਾਵੇਂ ਅਕਾਲੀ ਦਲ ਦਾ ਸਾਥ ਦਿੰਦੇ, ਪਰ ਹੁਣ ਉਹ ਰਾਜਨੀਤੀ ਵਿੱਚ ਆ ਗਏ ਹਨ, ਜਿਸ ਦਾ ਸਿੱਧਾ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ ਤਾਂ ਇਸ ਦਾ ਫਾਇਦਾ ਦੂਸਰੀਆਂ ਪਾਰਟੀਆਂ ਨੂੰ ਵੀ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਬੀਤੇ 100 ਸਾਲਾਂ ਤੋਂ ਸਭ ਤੋਂ ਕਠਿਨ ਦੌਰ ਤੋਂ ਗੁਜ਼ਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛਡਾਉਣ ਤੋਂ ਸ਼ੁਰੂ ਹੋਈ ਸੀ, ਜੋ ਕਿ ਪਰਿਵਾਰਵਾਦ ਦੀ ਕਬਜ਼ੇ ਵਾਲੀ ਪਾਰਟੀ ਨਜ਼ਰ ਆ ਰਹੀ ਹੈ। ਇਸ ਪਾਰਟੀ ਦਾ ਗਠਨ 1920 ਵਿੱਚ ਕੀਤਾ ਗਿਆ, ਜੋ ਕਿ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਾਇਆ ਜਾ ਸਕੇ ਅਤੇ ਸਿੱਖ ਸੂਬੇ ਦੇ ਰੱਖ ਰਖਾਵ ਦੇ ਲਈ, ਸਿੱਖ ਕੌਮ ਦੇ ਅਹਿਮ ਮਸਲਿਆਂ ਦੇ ਅਤੇ ਰਾਖੀ ਦੇ ਲਈ ਕੀਤਾ ਗਿਆ ਸੀ। 1920 ਤੋਂ ਲੈ ਕੇ 1925 ਤੱਕ ਪੰਜਾਬ ਰਾਜ ਦੇ ਵਿੱਚ ਇੱਕ ਐਸਾ ਸਿਆਸੀ ਭੁਚਾਲ ਆਇਆ, ਜਿਸ ਵਿੱਚ 30,000 ਤੋਂ ਵੱਧ ਲੋਕਾਂ ਨੇ ਜੇਲ੍ਹ ਕੱਟੀ ਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਤਿਹਾਸਕਾਰ ਵਿਪਨ ਚੰਦਰਾ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਅੰਦੋਲਨ ਪੰਜਾਬ ਦੇ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁਗਲ ਚੋਂ ਛੁਡਾਉਣ ਦੇ ਲਈ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਪੰਜਾਬ ਦੇ ਵਿੱਚ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥ ਵਿੱਚ ਸੀ ਅਤੇ ਉਹ ਮੁਗਲਾਂ ਦੇ ਕਹਿਰ ਤੋਂ ਬਚਣ ਦੇ ਲਈ ਕੇਸ ਨਹੀਂ ਰੱਖਦੇ ਸੀ, ਅਤੇ ਕੇਸ ਨਾ ਰੱਖਣ ਕਰਕੇ ਕਈ ਲੋਕ ਇਹੀ ਸੋਚਦੇ ਸਨ ਕਿ ਉਹ ਹਿੰਦੂ ਹਨ, ਲੇਕਿਨ ਸੱਚ ਇਹ ਨਹੀਂ ਸੀ। ਵਕਤ ਦੇ ਨਾਲ ਮਹੰਤ ਭ੍ਰਿਸ਼ਟ ਹੁੰਦੇ ਗਏ ਤੇ ਗੁਰਦੁਆਰਿਆਂ ਦੀ ਜ਼ਮੀਨ ਤੇ ਚੜਾਵੇ ਨੂੰ ਨਿੱਜੀ ਜ਼ਮੀਨ ਮੰਨ ਲਿਆ। 1849 ਦੇ ਵਿੱਚ ਪੰਜਾਬ ਬ੍ਰਿਟਿਸ਼ ਕਬਜ਼ੇ ਤੋਂ ਬਾਅਦ ਉਹਨਾਂ ਨੇ ਮਹੰਤਾਂ ਦਾ ਸਾਥ ਦਿੱਤਾ, ਪਰ ਸਿੱਖਾਂ ਨੇ ਮਹੰਤਾਂ ਗੁਰਦੁਆਰਿਆਂ ਕਬਜ਼ਾ ਛਡਾ ਕੇ ਭ੍ਰਿਸ਼ਟ ਨੂੰ ਖਤਮ ਕਰਨਾ ਚਾਹੁੰਦੇ ਸੀ। 1920 ਦੇ ਆਉਂਦੇ ਹਾਲਾਤ ਬੇਕਾਬੂ ਹੋ ਗਏ। ਮਹੰਤਾਂ ਦੇ ਖਿਲਾਫ ਸਿੱਖ ਕੌਮ ਦਾ ਗੁੱਸਾ ਫੁੱਟਣ ਲੱਗ ਪਿਆ, ਕਿਉਂਕਿ ਉਸ ਸਮੇਂ 2 ਤਤਕਲੀਨ ਸੀ। ਪਹਿਲੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, ਜਿਸ ਵਿੱਚ ਗਦਰ ਮੂਵਮੈਂਟ ਦੇ ਦੇਸ਼ ਭਗਤਾਂ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਗਿਆ, ਅਤੇ ਦੂਸਰਾ ਸਾਲ 1919 ਦੇ ਵਿੱਚ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਨਰਸੰਹਾਰ ਕਰਨ ਵਾਲੇ ਜਨਰਲ ਡਾਇਰ ਨੂੰ ਸਰੋਪਾ ਭੇਟ ਦਿੱਤਾ ਗਿਆ ਅਤੇ ਉਹਨਾਂ ਨੂੰ ਸਿੱਖ ਘੋਸ਼ਿਤ ਕੀਤਾ ਗਿਆ। ਮਹੰਤਾਂ ਦੀ ਇੰਨਾ ਕੁ ਕਾਰਜਗੁਜ਼ਾਰੀਆਂ ਕਰਕੇ ਅੱਗ ਵਿੱਚ ਘੀ ਦਾ ਕੰਮ ਕੀਤਾ। ਇਸ ਤੋਂ ਬਾਅਦ ਨਵੰਬਰ 1920 ਦੇ ਵਿੱਚ 10,000 ਬੁੱਧੀਜੀਵ ਸਿੱਖ ਕੌਮ ਨੇ ਮਿਲ ਕੇ 175 ਲੋਕਾਂ ਦੀ ਇੱਕ ਕਮੇਟੀ ਬਣਾਈ, ਜਿਸ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਅਤੇ ਇਸ ਤੋਂ ਬਾਅਦ
14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ, ਜਿਸ ਦਾ ਕੰਮ ਸੀ ਗੁਰਦੁਆਰਿਆਂ ਦੀ ਦੇਖ-ਰੇਖ ਅਤੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਛੁਡਾਉਣਾ ਸੀ। ਪਰ ਹੌਲੀ-ਹੌਲੀ ਇਹ ਅਕਾਲੀ ਦਲ ਰਾਜਨੀਤਿਕ ਦਲ ਦਾ ਰੂਪ ਵਿੱਚ ਵਿਕਸਿਤ ਹੋ ਗਿਆ। ਅਕਾਲੀਆਂ ਦਾ ਪਹਿਲਾ ਮੋਰਚਾ ਖੂਨੀ ਸੰਘਰਸ਼ ਬਣਿਆ 20 ਫਰਵਰੀ 1921 ਨੂੰ, ਵਿੱਚ ਨਨਕਾਣਾ ਸਾਹਿਬ ਦੇ ਵਿੱਚ ਮਹੰਤ ਨਰਾਇਣ ਦਾਸ ਅਤੇ ਉਸ ਦੇ ਬੰਦਿਆਂ ਦੇ ਹਥਿਆਰਬੰਦ ਸਾਥੀਆਂ ਨੇ ਸ਼ਾਂਤੀਪੂਰਨ ਅੰਦੋਲਨ ਵਿੱਚ ਅਕਾਲੀਆਂ ਸਿੱਖਾਂ ਤੇ ਗੋਲੀਆਂ ਚਲਾ ਦਿੱਤੀਆਂ। ਇਸ ਅੰਦੋਲਨ ਦੇ ਵਿੱਚ ਕਰੀਬ 100 ਤੋਂ ਜ਼ਿਆਦਾ ਅਕਾਲੀ ਮਾਰੇ ਗਏ, ਲੇਕਿਨ ਸਰਦਾਰ ਕਰਤਾਰ ਸਿੰਘ ਚੰਬਰ ਦੀ ਅਗਵਾਈ ਹੇਠ ਅਕਾਲੀ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਦਾਖਲ ਹੋਏ ਤੇ ਕਬਜ਼ਾ ਕਰ ਲਿਆ। ਇਸ ਅੰਦੋਲਨ 'ਚ ਸਿੱਖ ਕੌਮ ਨੂੰ ਨੀਂਦ ਵਿੱਚ ਜਗਾ ਕੇ ਦਿੱਤਾ। ਉਸ ਸਮੇਂ ਵਿੱਚ ਇਸ ਅੰਦੋਲਨ ਵਿੱਚ ਮਹਾਤਮਾ ਗਾਂਧੀ ਤੋਂ ਲੈ ਕੇ ਮੌਲਾਨਾ ਸ਼ੌਕਤ ਅਲੀ ਅਤੇ ਲਾਲਾ ਲਾਜਪਤ ਰਾਏ ਨੇ ਵੀ ਨਨਕਾਣਾ ਸਾਹਿਬ ਪਹੁੰਚ ਕੇ ਅੰਦੋਲਨ ਦਾ ਸਾਥ ਦਿੱਤਾ। ਇਸ ਤੋਂ ਬਾਅਦ ਅਕਾਲੀਆਂ ਨੇ ਧਾਰਮਿਕ ਮਸਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਹਸਤਖੇਪ ਬੰਦ ਕਰਨ ਦੀ ਨੀਤੀ ਅਪਣਾਈ। 1947 ਦੀ ਆਜ਼ਾਦੀ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਨਫ਼ਰਤ ਤੇ ਹਿੰਸਾ ਦੀ ਭੇਟ ਚੜ੍ਹ ਗਿਆ ਅਤੇ ਅਕਾਲੀ ਦਲ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ, ਇੱਕ ਸੈਂਟਰ ਅਕਾਲੀ ਦਲ ਤੇ ਦੂਸਰਾ ਆਫੀਸ਼ੀਅਲ ਅਕਾਲੀ ਦਲ। ਆਫੀਸ਼ੀਅਲ ਅਕਾਲੀ ਦਲ ਦੇ ਨੇਤਾ ਮਾਸਟਰ ਤਾਰਾ ਸਿੰਘ ਸੀ, ਜੋ ਮੁਸਲਿਮ ਲੀਗ ਹਮੇਸ਼ਾ ਹੀ ਮੁਸਲਮਾਨਾਂ ਦੇ ਲਈ ਅਲੱਗ ਦੇਸ਼ ਦੀ ਮੰਗ ਕਰਦੀ ਸੀ, ਪਰ ਕਰਤਾਰ ਸਿੰਘ ਅਕਾਲੀ ਨੇਤਾ ਨੇ ਇਸ ਦਾ ਵਿਰੋਧ ਕਰਦੇ ਸੀ। ਪਰ ਇਹ ਤੈਅ ਹੋ ਗਿਆ ਕਿ ਵੰਡ ਹੋ ਕੇ ਰਹੇਗੀ। ਫਿਰ ਅਕਾਲੀ ਦਲ ਨੇ 1955 ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਪ੍ਰਬਲ ਕੀਤੀ, ਪੰਜਾਬੀ ਬੋਲਣ ਵਾਲੇ ਪੰਜਾਬ ਰਾਜ ਨੂੰ ਪਹਿਚਾਣ ਦਿੱਤੀ ਜਾਵੇ, ਪਰ ਉਹ ਮੰਗ ਠੁਕਰਾ ਦਿੱਤੀ ਗਈ। ਫਿਰ 11 ਸਾਲ ਬਾਅਦ ਨਵੰਬਰ 1966 ਨੂੰ ਅਕਾਲੀ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਗੁਰਨਾਮ ਸਿੰਘ ਪਹਿਲੇ ਅਕਾਲੀ ਮੁੱਖ ਮੰਤਰੀ ਬਣੇ। ਇਸ ਤੋਂ ਅਕਾਲੀ ਦਲ ਦਾ ਬੁਰਾ ਦੌਰ ਸੰਤ ਭਿੰਡਰਾਂਵਾਲੇ ਦੇ ਦੌਰ ਵਿੱਚ ਹੋਇਆ, ਕਿਉਂਕਿ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹਾਲਾਤ ਬੜੀ ਤੇਜ਼ੀ ਨਾਲ ਬਦਲਦੇ ਅਤੇ ਉਸ ਸਮੇਂ ਰਾਜੀਵ ਗਾਂਧੀ ਸੱਤਾ ਵਿੱਚ ਆਏ ਅਤੇ ਅਕਾਲੀ ਦਲ ਦੇ ਨੇਤਾ ਸਰਦਾਰ ਹਰਚਰਨ ਸਿੰਘ ਲੋਂਗੋਵਾਲ ਦੇ ਨਾਲ 1985 ਦੇ ਵਿੱਚ ਇੱਕ ਸਮਝੌਤਾ ਵੀ ਸਿੱਖ ਸੂਬੇ ਸੰਬੰਧੀ ਹੋਇਆ, ਪਰ 1 ਮਹੀਨੇ ਦੇ ਅੰਦਰ ਹੀ ਲੋਂਗੋਵਾਲ ਨੂੰ ਅੱਤਵਾਦੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ। 1992 ਸੰਯੁਕਤ ਰਾਸ਼ਟਰ ਨੂੰ ਖਾਲਿਸਤਾਨ ਅਤੇ ਮੈਮੋਰੰਡਮ ਦਿੱਤਾ ਗਿਆ, ਜਿਸ ਉੱਤੇ ਹਰਨਾਮ ਸਿੰਘ ਟੋਰਾ, ਪ੍ਰਕਾਸ਼ ਸਿੰਘ ਬਾਦਲ ਅਤੇ ਬਰਨਾਲੇ ਨੇ ਸਹਿਮਤੀ ਦਿੱਤੀ। ਪਰ ਅਕਾਲੀ ਦਲ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਟੱਕਰ ਦਿੱਤੀ ਰਹੀ, ਲੇਕਿਨ 1990 ਆਉਂਦੇ ਸ਼੍ਰੋਮਣੀ ਅਕਾਲੀ ਦਲ ਉੱਤੇ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪਰਿਵਾਰ ਦਾ ਦਬਦਬਾ ਹੋਣ ਲੱਗਾ ਪਿਆ। ਅਕਾਲੀ ਦਲ, ਜੋ ਕਿ ਸਿੱਖ ਧਾਰਮਿਕ ਸਿਆਸਤ ਦੇ ਮੁੱਦਿਆਂ ਨੂੰ ਉਠਾਉਣ ਵਾਲੀ ਪਾਰਟੀ, ਹੌਲੀ-ਹੌਲੀ ਪਰਿਵਾਰਵਾਦ ਦੀ ਔਰ ਵਧਣ ਲੱਗੀ ਅਤੇ ਇਸ ਦੇ ਤਰ੍ਹਾਂ ਹੌਲੀ-ਹੌਲੀ ਐਸਜੀਪੀਸੀ ਉੱਤੇ ਵੀ ਕਬਜ਼ਾ। 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਪਾਰਟੀ ਦਾ ਇੱਕ ਵੱਡਾ ਧੜਾ ਜੋ ਕਿ ਟਕਸਾਲੀ ਕੁਲਹਾਂਦਾ ਸੀ, ਉਹ ਅਲੱਗ ਹੋ ਚੁੱਕਾ ਸੀ, ਕਿਉਂਕਿ ਪਾਰਟੀ ਦੇ ਅੰਦਰ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਦੀ ਮੰਗ ਉੱਠੀ ਸੀ। ਹੁਣ ਫਿਰ ਇੱਕ ਵਾਰ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਮੌਕਾ ਗਵਾ ਚੁੱਕੀ ਪਾਰਟੀ ਉੱਤੇ ਅੱਜ ਵੀ ਇੱਕ ਪਰਿਵਾਰਵਾਦ ਦਾ ਕਬਜ਼ਾ ਹੈ। ਪਾਰਟੀ ਦੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪਰਿਵਾਰ ਅਕਾਲੀ ਦਲ ਉੱਤੇ ਹੈਵੀ ਹੈ, ਕਿਉਂਕਿ 1995 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਪ੍ਰਮੁੱਖ ਬਣੇ ਅਤੇ ਉਸ ਦੇ ਅਗਲੇ ਸਾਲ ਹੀ ਸੁਖਬੀਰ ਬਾਦਲ ਨੇ ਚੋਣ ਲੜੀ ਤੇ ਉਦੋਂ ਹੀ ਲੈ ਕੇ ਹੁਣ ਤੱਕ ਬਾਦਲ ਪਰਿਵਾਰ ਹੀ ਅਕਾਲੀ ਦਲ ਉੱਤੇ ਮਜ਼ਬੂਤ ਪਕੜ ਬਣੀ ਹੋਈ ਹੈ। ਪਰ ਇਸੇ ਤਰ੍ਹਾਂ ਦੇ ਹਾਲਾਤ ਦੂਸਰੀਆਂ ਪਾਰਟੀਆਂ ਦੇ ਵੀ ਹਨ, ਪਰ ਹੁਣ ਪੰਜਾਬ ਦੇ ਲੋਕ, ਖਾਸ ਤੌਰ ਤੇ ਪਿੰਡ ਦੇ ਕਿਸਾਨ ਹੁਣ ਸਵੀਕਾਰ ਕਰਨ ਲੱਗ ਪਏ ਹਨ ਕਿ ਜਿਹੜੀ ਪਾਰਟੀ ਸਿੱਖ ਕੌਮ ਅਤੇ ਸਿੱਖਾਂ ਦੇ ਹਿੱਤਾਂ ਦੇ ਮੁੱਦੇ ਚੁੱਕਦੀ ਸੀ, ਹੁਣ ਪੰਥਕ ਪਾਰਟੀ ਨਾ ਹੋ ਕੇ ਇੱਕ ਪਰਿਵਾਰਕ ਪਾਰਟੀ ਬਣ ਕੇ ਰਹਿ ਗਈ ਹੈ, ਕਿਉਂਕਿ ਪਾਰਟੀ ਉੱਤੇ ਬਰਗਾੜੀ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲਿਆਂ ਦਾ ਵੀ ਬੋਝ ਵੀ ਹੈ। ਪਰ ਪਾਰਟੀ ਦੀ ਨਵੀਂ ਸ਼ੁਰੂਆਤ ਕਰਨ ਦੇ ਲਈ ਕਈ ਨੁਕਸੇ ਵੀ ਅਪਣਾ ਰਹੀ ਹੈ। ਹੁਣ ਤੱਕ ਪਾਰਟੀ 90 ਸੀਟਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਮ ਤੈਅ ਕਰ ਦਿੱਤੇ ਹਨ, ਜਿਸ ਵਿੱਚ 27 ਨਵੇਂ ਚਿਹਰੇ ਹਨ ਜੋ ਕਿ ਪਹਿਲੀ ਵਾਰ ਚੋਣ ਲੜਨਗੇ। ਬਾਕੀ ਬੀਐਸਪੀ ਦਾ ਸਾਥ ਕਿੰਨਾ ਕੁ ਮਿਲਦਾ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅਤੇ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਨੂੰ ਨਹੀਂ ਭੁੱਲੇ ਕਿ ਅਕਾਲੀਆਂ ਨੇ ਕਾਲੇ ਕਾਨੂੰਨ ਨੂੰ ਕੈਬਨਿਟ ਵਿੱਚ ਬੈਠ ਕੇ ਪਾਸ ਹੋਣ ਦਿੱਤਾ, ਇਸ ਦਾ ਵਿਰੋਧ ਨਹੀਂ ਕੀਤਾ। ਬਾਅਦ ਵਿੱਚ ਭਾਵੇਂ ਅਕਾਲੀ ਦਲ ਨੇ ਖੁੱਲ੍ਹ ਕੇ ਸਾਥ ਦਿੱਤਾ, ਪਰ ਇਸ ਦਾ ਨੈਗੇਟਿਵ ਅਸਰ ਜ਼ਰੂਰ ਪਵੇਗਾ। ਪਰ ਫਿਲਹਾਲ ਪੰਜਾਬ ਰਾਜ ਵਿੱਚ ਆਪ ਅਤੇ ਕਾਂਗਰਸ ਦੀ ਨੋਕ-ਝੋਕ ਜ਼ਰੂਰ ਸੁਣਾਈ ਦੇ ਰਹੀ ਹੈ, ਪਰ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸ ਦਾ ਪਲੜਾ ਭਾਰੀ ਹੋਏਗਾ ਇਹ ਕਹਿਣਾ ਜੋਖਮ ਵਾਲਾ ਕੰਮ ਹੈ, ਕਿਉਂਕਿ ਦਮਖਮ ਇਸ ਵਾਰ ਹਰੇਕ ਪਾਰਟੀ ਦਿਖਾ ਰਹੀ ਹੈ। ਭਾਵੇਂ ਅਕਾਲੀ ਦਲ ਨੇ ਆਪਣੇ 100 ਸਾਲਾਂ ਦਾ ਸਫ਼ਰ ਤੈਅ ਕਰ ਲਿਆ ਹੈ, ਪਰ ਪਾਰਟੀ 2022 ਦੇ ਵਿੱਚ ਭਾਵੇਂ ਹਾਰੇ ਜਾਂ ਜਿੱਤੇ, ਪਰ ਪੰਜਾਬ ਦੀ ਰਾਜਨੀਤੀ ਉੱਤੇ ਉਸ ਦਾ ਅਸਰ ਬਰਕਰਾਰ ਰਹੇਗਾ। ਜੇਕਰ ਪਾਰਟੀ ਹਾਰ ਵੀ ਗਈ ਤਾਂ ਬਾਦਲ ਪਰਿਵਾਰ ਉੱਤੇ ਉਸ ਦਾ ਕਿੰਨਾ ਕੁ ਦਬਾਅ ਪਏਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਹੁਣ ਤਾਂ ਆਉਣ ਵਾਲੀ ਵਿਧਾਨ ਸਭਾ ਦਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਕਿਸ ਤਰਫ ਪ੍ਰਗਟ ਵਰਤਦਾ ਹੈ। ਇੰਨਾ ਹੀ ਕਹਿੰਦਾ ਹੋਇਆ ਮੈਂ ਅਗਲਾ ਮੁੱਦਾ ਲੈ ਕੇ ਛੇਤੀ ਹਾਜ਼ਰ ਹੋਵਾਂ।